ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਇੰਪੋਰਟੈਂਟ ਇਸ਼ੂ ਜਿਹੜਾ ਡੌਗ ਬਾਈਟਸ ਦਾ ਮਸਲਾ ਹੈਗਾ ਉਸ ਨੂੰ ਆਪਾਂ ਡਿਸਕਸ ਕਰ ਰਹੇ ਹੈਗੇ ਆ। ਉਸ ਦੇ ਉੱਤੇ ਇੱਕ ਛੋਟਾ ਜਿਹਾ ਐਨਾਲਿਸਿਸ ਹੈਗਾ ਤੇ ਜਿਹੜਾ ਇਸ਼ੂ ਹੈਗਾ ਇਹ ਬਹੁਤ ਇੰਪੋਰਟੈਂਟ ਹੈਗਾ। ਇੱਕ ਤੇ ਡੌਗ ਬਾਈਟਸ ਦੇ ਇਨਸੀਡੈਂਟਸ ਸਪੈਸ਼ਲੀ ਪੰਜਾਬ ਵਿੱਚ ਉਹ ਇਨਕਰੀਜ਼ ਹੋ ਰਹੇ ਹੈਗੇ ਆ। ਠੀਕ ਹੈ, ਤੇ ਆਪਾਂ ਇੱਕ ਨਿਊਜ਼ ਹੈਗੀ ਹੈ ਕਿ ਪਹਿਲੇ 6 ਮਹੀਨੇ ਸਾਲ ਦੇ 1.5 ਲੱਖ ਕੇਸਿਸ ਰਿਪੋਰਟ ਕੀਤੇ ਗਏ। ਫਿਰ ਆਪਾਂ ਦੇਖਦੇ ਪਏ ਆ ਕਿ ਸਰਕਾਰ ਵੱਲੋਂ ਟਾਈਮ ਟੂ ਟਾਈਮ ਕੁਛ ਨਾ ਕੁਛ ਖਬਰ ਆ ਰਹੀ ਹੈਗੀ ਹੈ। ਭਗਵੰਤ ਮਾਨ ਜਿਹੜੇ ਆਪਣੇ ਚੀਫ ਮਿਨਿਸਟਰ ਹੈਗੇ ਆ ਉਹ ਕਹਿੰਦੇ ਕਿ ਮੁਹੱਲਾ ਕਲੀਨਿਕਸ ਵਿੱਚ ਫ੍ਰੀ ਟ੍ਰੀਟਮੈਂਟ ਪ੍ਰੋਵਾਈਡ ਕੀਤੀ ਜਾਵੇਗੀ। ਠੀਕ ਹੈ, ਫਿਰ ਪੰਜਾਬ ਚਾਈਲਡ ਰਾਈਟਸ ਬੋਡੀ, ਠੀਕ ਹੈ, ਜਿਹੜੀ ਚਾਈਲਡ ਵੈਲਫੇਅਰ ਨਾਲ ਐਸੋਸੀਏਟਡ ਹੈਗੀ ਹੈ, ਉਹ ਕਹਿੰਦੇ ਕਿ ਬੱਚਿਆਂ ਦੇ ਕੇਸਿਸ ਇਨਕਰੀਜ਼ ਹੋ ਰਹੇ ਹੈਗੇ ਡੌਗ ਬਾਈਟਸ ਦੇ, ਤੇ ਉਸ ਦੇ ਲਈ ਡੌਗ ਸੈਂਸਸ ਕਰਵਾਇਆ ਜਾਏ ਕਿ ਡੌਗਸ ਦੀ ਜਨਗਣਨਾ ਕਿ ਕਿੰਨੇ ਡੌਗਸ ਹੈਗੇ ਆ। ਫਿਰ ਇੱਕ PIL ਫਾਈਲ ਕੀਤੀ ਗਈ ਸੀ, ਉਹਦਾ ਵਰਡਿਕਟ ਵੀ ਆ ਗਿਆ। PIL ਜਿਹਨੇ ਕਿਹਾ ਸੀਗਾ ਕਿ ਜਿਹੜੇ ਡੌਗ ਬਾਈਟਸ ਦੇ ਵਿਕਟਮਸ ਹੈਗੇ ਆ ਉਹਨਾਂ ਨੂੰ ਕੰਪਨਸੇਸ਼ਨ ਪ੍ਰੋਵਾਈਡ ਕੀਤੀ ਜਾਵੇ। ਠੀਕ ਹੈ, ਤੇ ਉਸ ਤੇ ਕੋਰਟਸ ਨੇ ਕਹਿ ਵੀ ਦਿੱਤਾ ਸੀਗਾ ਹਾਂਜੀ ਕੰਪਨਸੇਸ਼ਨ ਦਿੱਤੀ ਜਾਏਗੀ। ਤੇ ਇਹ ਜਿਹੜਾ ਮਸਲਾ ਹੈਗਾ ਇਹ ਇਨਕਰੀਜ਼ ਹੋ ਰਿਹਾ ਹੈਗਾ ਡੌਗ ਬਾਈਟਸ ਔਰ ਕਾਫੀ ਸੀਰੀਅਸ ਹੈਗਾ। ਐਂਡ ਜੇ ਕੋਈ ਡੌਗ ਜਿਹਨੇ ਕੱਟਿਆ ਹੈਗਾ ਉਹਨੂੰ ਰੇਬੀਜ਼ ਹੈਗਾ ਤੇ ਉਹ ਅੱਗੇ ਇਨਫੈਕਟ ਵੀ ਕਰ ਸਕਦਾ ਹੈਗਾ ਔਰ ਇਸ ਦੇ ਨਾਲ ਫੈਟਿਲਿਟੀ ਜਾਂ ਮੌਤ ਹੋਣ ਦੇ ਚਾਂਸਸ 100% ਹੈਗੇ। ਤੇ ਬਹੁਤ ਸੀਰੀਅਸ ਇਸ਼ੂ ਹੈਗਾ। ਔਰ ਜਦ ਆਪਾਂ ਇਸ ਇਸ਼ੂ ਦੇ ਬਾਰੇ ਗੱਲ ਕਰਦੇ ਹੈਗੇ ਨੈਚੁਰਲੀ ਐਨੀਮਲ ਰਾਈਟਸ ਦਾ ਇਸ਼ੂ ਵੀ ਆ ਜਾਂਦਾ ਹੈਗਾ। ਠੀਕ ਹੈ, ਐਥੀਕਲ ਪਰਸਪੈਕਟਿਵ ਦੇ ਨਾਲ ਕਿ ਇਹ ਸੋਸਾਇਟੀ ਇਕੱਲੇ ਇਨਸਾਨਾਂ ਲਈ ਨਹੀਂ ਹੈਗੀ ਹੈ, ਜਾਨਵਰਾਂ ਦੀ ਵੀ ਹੈਗੀ ਹੈ। ਆਪਾਂ ਅਰਬਨਾਈਜੇਸ਼ਨ ਕੀਤੀ ਹੈਗੀ ਹੈ, ਠੀਕ ਹੈ, ਜੰਗਲ ਸੀਗੇ ਹੁਣ ਅਰਬਨਾਈਜੇਸ਼ਨ ਹੋਈ ਹੈ। ਪਰ ਫਿਰ ਵੀ ਜੇ ਦੇਖਿਆ ਜਾਵੇ ਪਹਿਲਾਂ ਪਬਲਿਕ ਸੇਫਟੀ ਆਉਂਦੀ ਹੈਗੀ ਹੈ। ਠੀਕ ਹੈ, ਐਨੀਮਲ ਰਾਈਟਸ ਨੂੰ ਦੇਖਣਾ ਹੈਗਾ ਪਰ ਉਸ ਦੇ ਵਿੱਚ ਪਹਿਲਾਂ ਪਬਲਿਕ ਸੇਫਟੀ ਆਉਂਦੀ ਹੈ ਔਰ ਇੱਥੇ ਪਬਲਿਕ ਸੇਫਟੀ ਕੰਪਰੋਮਾਈਜ਼ ਹੋ ਰਹੀ ਹੈ। ਠੀਕ ਹੈ, ਔਰ ਇਸ ਤਰ੍ਹਾਂ ਕੋਈ ਵੀ ਨਹੀਂ ਹੈਗਾ ਜਿਹੜਾ ਕਹਿ ਸਕਦਾ ਮੈਂ 100% ਸ਼ੋਰ ਹੈਗਾ ਮੈਨੂੰ ਕੁਝ ਨਹੀਂ ਹੋਏਗਾ। ਕਿਸੇ ਨੂੰ ਵੀ ਕਦੇ ਵੀ ਡੌਗ ਅਟੈਕ ਕਰ ਸਕਦੇ ਹੈਗੇ ਐਂਡ ਬੱਚਿਆਂ ਦੇ ਚਾਂਸਸ ਹੋਰ ਵੀ ਜ਼ਿਆਦਾ ਹੈਗੇ। ਤੇ ਇਸ ਨੂੰ ਪ੍ਰਾਇੋਰਟੀ ਬੇਸਿਸ ਤੇ ਸਮਝਣਾ ਬਹੁਤ ਜ਼ਰੂਰੀ ਹੈਗਾ। ਠੀਕ ਹੈ, ਤੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਟ੍ਰੈਂਡ ਦੇਖ ਲੈਂਦੇ ਹੈਗੇ। ਠੀਕ ਹੈ, ਤੇ 1.5 ਲੱਖ ਕੇਸਿਸ 6 ਮਹੀਨੇ 'ਚ ਉਹ 'ਤੇ ਰਿਪੋਰਟ ਕੀਤੇ ਗਏ। ਠੀਕ ਹੈ, ਤੇ ਇਹਦਾ ਮਤਲਬ ਹੈਗਾ ਕਿ 840 ਕੇਸਿਸ ਇੱਕ ਦਿਨ ਦੇ ਹੈਗੇ। ਠੀਕ ਹੈ, 840 ਬਾਈਟਸ। ਔਰ ਇਹ ਬਾਈਟਸ ਪਤਾ ਕਿਸ ਤਰ੍ਹਾਂ ਚੱਲੇਗਾ? ਜਦ ਕੋਈ ਡਾਕਟਰ ਕੋਲ ਜਾਏਗਾ ਤਾਂ ਹੀ ਪਤਾ ਚੱਲੂਗਾ। ਠੀਕ ਹੈ, ਕਿ ਡੌਗ ਬਾਈਟ ਹੋਇਆ ਹੈਗਾ। ਮਤਲਬ ਇਸ ਤੋਂ ਜ਼ਿਆਦਾ ਹੋਣਗੇ, ਇਸ ਤੋਂ ਜ਼ਿਆਦਾ ਕੇਸਿਸ ਹੋਣਗੇ ਔਰ ਕਾਫੀ ਸੀਰੀਅਸ ਹੈਗਾ। ਸਿਰਫ ਪੰਜਾਬ ਤੋਂ ਹੀ 840 ਕੇਸਿਸ ਰਿਪੋਰਟਡ ਹੈਗੇ ਹੈ। ਫਿਰ ਕੁਝ ਡਿਸਟ੍ਰਿਕਟਸ ਹੈਗੀਆਂ ਜਿੱਦਾਂ ਕਿ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ, ਉੱਥੇ ਇਕੱਲੇ 36% ਕੇਸਿਸ ਹੈਗੇ ਆ ਪੰਜਾਬ ਦੇ। ਠੀਕ ਹੈ, ਮਤਲਬ ਇੱਥੇ ਕੌਨਸੈਂਟ੍ਰੇਸ਼ਨ ਜ਼ਿਆਦਾ ਹੈਗੀ ਹੈ ਔਰ ਇੱਥੇ ਜ਼ਿਆਦਾ ਪ੍ਰਾਇੋਰਟੀ ਦੇਣ ਦੀ ਲੋੜ ਹੈਗੀ ਆ। ਇਨਫੈਕਟ ਜੇ ਆਪਾਂ 2020 ਤੇ 2024 ਦਾ ਕੰਪੈਰੀਜ਼ਨ ਕਰੀਏ ਤੇ 2020 ਵਿੱਚ 1,10,000 ਕੇਸਿਸ ਸੀਗੇ ਔਰ ਆਪਾਂ ਵੈਸੇ ਹੀ ਕਹਿਤਾ ਕਿ 2025 ਵਿੱਚ 6 ਮਹੀਨੇ 'ਚ ਕਿੰਨੇ ਹੋਏ ਹੈਗੇ 1.5 ਲੱਖ ਕੇਸਿਸ। ਠੀਕ ਹੈ, ਤੇ 2024 ਦਾ ਡੇਟਾ ਹੈਗਾ ਉਹ ਕਹਿੰਦਾ 2,13,000 ਕੇਸਿਸ। ਤੇ ਆਪਾਂ ਤੇ ਇਸ ਨੂੰ ਬ੍ਰੀਚ ਕਰਨ ਲੱਗੇ ਜੇ ਆਪਾਂ ਇਸੇ ਰਿਕਾਰਡ ਨਾਲ ਚਾਹੀਏ ਤੇ 3 ਲੱਖ ਕੇਸਿਸ ਤੋਂ ਉੱਪਰ ਨਿਕਲ ਜਾਏਗਾ। ਤੇ ਕੇਸਿਸ ਡਬਲ ਹੋ ਰਹੇ ਹੈਗੇ 4 ਸਾਲ ਵਿੱਚ ਡਬਲ ਹੋ ਰਹੇ ਹੈਗੇ। ਮੈਂ ਤਾਂ ਕਹਿੰਦਾ 1 ਸਾਲ ਹੋਰ ਕੱਢ ਲਓ ਤੇ ਟ੍ਰਿਪਲ ਹੋ ਜਾਊਗਾ 2020 ਤੋਂ 2025। ਠੀਕ ਹੈ, ਟ੍ਰਿਪਲ ਕੇਸਿਸ ਹੋ ਜਾਣਗੇ। ਤੇ ਵੱਧ ਰਿਹਾ ਹੈਗਾ, ਸਾਨੂੰ ਦਿਖ ਰਿਹਾ ਹੈਗਾ ਕਿ ਕੇਸਿਸ ਵੱਧ ਰਹੇ ਹੈਗੇ ਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਸ ਬਾਰੇ। 3 ਗੁਣਾ ਕੇਸਿਸ ਹੋ ਰਹੇ ਹੈਗੇ ਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜੇ ਅਸੀਂ 2025 ਨੂੰ ਲਈਏ। ਠੀਕ ਹੈ, 2024 ਦੇ ਹਿਸਾਬ ਨਾਲ ਡਬਲ ਹੈਗਾ। ਓਕੇ, ਠੀਕ ਹੈ, 2024 ਦੇ ਹਿਸਾਬ ਨਾਲ ਡਬਲ ਹੈਗਾ। ਠੀਕ ਹੈ, ਤੇ ਇਹ ਇੱਕ ਬੜਾ ਇਸ਼ੂ ਹੈਗਾ। ਹੁਣ ਜਦ ਰੇਬੀਜ਼ ਦੀ ਗੱਲ ਕਰੀਏ ਡੌਗ ਬਾਈਟ ਸੇ ਠੀਕ ਹੈਗਾ। ਠੀਕ ਹੈ, ਉਸ ਦੇ ਵਿੱਚ ਜੇ ਰੇਬੀਜ਼ ਹੋ ਜਾਵੇ, ਠੀਕ ਹੈ, ਤੇ ਉਹਦੇ 'ਚ ਤੇ 100% ਫੈਟਿਲਿਟੀ ਰੇਟ ਹੈਗੀ ਹੈ। ਠੀਕ ਹੈ, ਤੇ ਰੇਬੀਜ਼ ਦਾ ਕੀ ਹੈਗਾ ਕਿ ਇੱਕ ਜਿਹੜਾ ਜਾਨਵਰ ਜਿਹਨੂੰ ਰੇਬੀਜ਼ ਹੈਗਾ ਉਹ ਜੇ ਕੱਟਦਾ ਹੈਗਾ, ਠੀਕ ਹੈ, ਉਹਦੇ ਸਲਾਈਵਾ ਤੋਂ ਵਾਇਰਸ ਬਲੱਡ ਵਿੱਚ ਜਾ ਕੇ ਸੈਂਟਰਲ ਨਰਵਸ ਸਿਸਟਮ ਵਿੱਚ ਜਾਂਦਾ ਹੈਗਾ ਤੇ ਬ੍ਰੇਨ ਤੱਕ ਪਹੁੰਚ ਜਾਂਦਾ ਹੈਗਾ। ਠੀਕ ਹੈ, ਤੇ ਉਸ ਦਾ ਰਿਐਕਸ਼ਨ ਹੁੰਦਾ ਹੈ, ਫੀਵਰ ਹੁੰਦਾ ਹੈ, ਡਿਪਰੈਸ਼ਨ ਹੁੰਦਾ ਹੈ, ਐਜੀਟੇਸ਼ਨ ਹੁੰਦੀ ਹੈ। ਠੀਕ ਹੈ, ਤੇ ਸਭ ਤੋਂ ਮਾੜੀ ਚੀਜ਼ ਜਿਹੜੀ ਹੈਗੀ ਹੈ ਕਿ ਜਦ ਪਾਣੀ ਪੀਂਦੇ ਆ, ਠੀਕ ਹੈ, ਪਾਣੀ ਨਹੀਂ ਪੀਤਾ ਜਾਂਦਾ ਐਂਡ ਇਹਦੇ ਕਰਕੇ ਡੈਥ ਹੋ ਜਾਂਦੀ ਹੈ। ਠੀਕ ਹੈ, ਇਸ ਤੋਂ ਕੋਈ ਨਹੀਂ ਬਚ ਪਾ ਰਿਹਾ ਜੇ ਰੇਬੀਜ਼ ਹੋ ਜਾਵੇ। ਤੇ ਰੇਬੀਜ਼ ਜਿਹੜਾ ਇੱਕ ਵਾਇਰਲ ਡਿਜ਼ੀਜ਼ ਹੈਗੀ ਹੈ, ਇਸ ਦਾ ਕੋਈ ਇਲਾਜ ਨਹੀਂ ਹੈਗਾ, ਕਿਉਰ ਨਹੀਂ ਹੈਗਾ। ਇਹਦਾ ਬਸ ਇੱਕੋ ਇਲਾਜ ਹੈਗਾ, ਮਤਲਬ ਕਿਉਰ ਨਹੀਂ ਹੈਗਾ। ਉਹ ਹੈਗਾ ਕਿ ਜਿਹਨੂੰ ਕੱਟਿਆ ਹੈਗਾ, ਜਿਸ ਪੇਸ਼ੈਂਟ ਨੂੰ ਕੱਟਿਆ ਗਿਆ ਹੈਗਾ ਉਹਨੂੰ ਵੈਕਸੀਨੇਸ਼ਨ ਕਰਵਾ ਦਿੱਤੀ ਜਾਵੇ। ਵੈਕਸੀਨੇਸ਼ਨ ਕਿਉਰ ਨਹੀਂ ਹੈਗਾ ਪਰ ਇੱਕ ਪ੍ਰੀਵੈਂਸ਼ਨ ਆਪਾਂ ਲੈ ਰਹੇ ਹਾਂ ਕਿ ਇਹ ਬਾਈਟ ਕੀਤਾ ਕਿਸੇ ਨੂੰ ਤੇ ਉਸ ਇਨਫੈਕਸ਼ਨ ਹੋਣ ਤੋਂ ਪਹਿਲਾਂ ਇੱਕ ਇਮਿਊਨ ਸਿਸਟਮ ਡਿਵੈਲਪ ਹੋ ਜਾਏ
ਵੈਕਸੀਨ ਕੀ ਕਰਦਾ ਹੈਗਾ, ਇੱਕ ਵੀਕਐਂਡ ਵਾਇਰਸ ਪਾਉਂਦਾ ਹੈਗਾ ਬੋਡੀ ਵਿੱਚ, ਠੀਕ ਹੈ, ਜਾਂ ਡੈਡ ਵਾਇਰਸ ਪਾਉਂਦਾ ਹੈਗਾ, ਜਿਸ ਦੇ ਨਾਲ ਬੋਡੀ ਰਿਐਕਟ ਕਰਦੀ ਹੈ ਤੇ ਇੱਕ ਇਮਿਊਨ ਰਿਸਪੌਂਸ ਡਿਵੈਲਪ ਕਰਦੀ ਹੈਗੀ ਹੈ, ਕਿਉਂਕਿ ਜੇ ਵੱਡਾ ਵਾਇਰਸ ਆ ਗਿਆ, ਜਿਹੜਾ ਅਸਲ ਵਾਇਰਸ ਆ ਗਿਆ, ਉਸ ਨੂੰ ਡੀਲ ਨਹੀਂ ਕਰ ਪਾਏਗੀ, ਠੀਕ ਹੈ, ਤੇ ਆਹ ਪਰਪਸ ਹੁੰਦਾ ਹੈ। ਤੇ ਆਹ ਵੀ 100% ਸ਼ੋਰਿਟੀ ਨਹੀਂ ਹੈ ਇਹਦੀ। ਐਂਡ ਇਸ ਤੋਂ ਇਲਾਵਾ ਲੋਕਾਂ ਨੂੰ ਆ ਨਹੀਂ ਪਤਾ ਹਲੇ ਕਿ ਜੇ ਹੋਰ ਡੀਪ ਇੰਜਰੀ ਹੋਏ, ਠੀਕ ਹੈ, ਇੱਕ ਹੋਰ ਡੀਪ ਇੰਜਰੀ ਹੋਏ ਜਿਹਨੂੰ ਕਹਿੰਦੇ ਕੈਟਾਗਰੀ 3 ਵੂੰਡ, ਇੱਕ ਹੁੰਦੀ ਹੈ ਨਾਰਮਲ ਖਰੋਚ ਲੱਗੀ ਹੈ, ਖਰੋਚ ਨਾਲ ਵੀ ਹੋ ਸਕਦਾ ਹੈਗਾ, ਈਵਨ ਪੰਜੇ ਦੇ ਨਾਲ ਹੋ ਸਕਦਾ ਹੈਗਾ, ਠੀਕ ਹੈ, ਪਰ ਜੇ ਇੱਕ ਪ੍ਰੋਪਰ ਇੰਜਰੀ ਹੈਗੀ ਹੈ ਜਿੱਥੇ ਰਪਚਰ ਹੋ ਗਿਆ, ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਸੀਗਾ, ਉਸ ਦੇ ਕੇਸ ਵਿੱਚ ਇੱਕ ਐਡੀਸ਼ਨਲ ਮੈਡੀਸਿਨ ਦੇਣ ਦੀ ਲੋੜ ਹੈਗੀ ਹੈ, ਠੀਕ ਹੈ, ਇੱਕ ਐਂਟੀ ਰੇਬੀਜ਼ ਸੈਰਮ ਲੱਗਦਾ ਹੈਗਾ ਜਿਹਨੂੰ ਦੇਣ ਦੀ ਲੋੜ ਹੈਗੀ ਹੈ। ਜੇ ਉਹ ਨਾ ਦਿੱਤਾ ਜਾਵੇ ਤੇ ਵੈਕਸੀਨ ਵੀ ਕੁਝ ਨਹੀਂ ਕਰ ਸਕਦੀ, ਠੀਕ ਹੈ, ਵੈਕਸੀਨ ਵੀ ਕੁਝ ਨਹੀਂ ਕਰ ਸਕਦੀ, ਤੇ ਉਹ ਦੇਣਾ ਜ਼ਰੂਰੀ ਹੈਗਾ। ਐਂਡ ਇਸ ਦੇ ਵਿੱਚ ਟਾਈਮਲੀ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ ਮੀਟ ਕਰਕੇ ਵੈਕਸੀਨੇਸ਼ਨ ਲਗਵਾਉਣੀ ਜ਼ਰੂਰੀ ਹੈਗੀ, ਖਰੋਚ ਵੀ ਲੱਗੀ ਹੈ ਤੇ ਵੈਕਸੀਨੇਸ਼ਨ ਲਗਵਾਉਣੀ ਜ਼ਰੂਰੀ ਹੈਗੀ ਹੈ। ਓਕੇ, ਹੁਣ ਇਹਦਾ ਓਬਵੀਅਸਲੀ ਫੇਲੀਅਰ ਹੈਗਾ, ਔਰ ਇੱਕ ਵੱਡੇ ਲੈਵਲ ਤੇ ਫੇਲੀਅਰ ਹੈਗਾ, ਆਪਾਂ ਦੇਖ ਰਹੇ ਕਿ ਕੇਸਿਸ ਵੱਧ ਰਹੇ ਹੈਗੇ, ਠੀਕ ਹੈ, ਤੇ ਫੇਲੀਅਰ ਲਈ ਕੀ ਰੀਜ਼ਨਸ ਹੈਗੇ ਆ। ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਇਹ ਡੌਗਸ ਦਾ ਇਸ਼ੂ ਹੈਗਾ, ਉਹ ਹੈਗਾ ਕਿ ਪੋਪੂਲੇਸ਼ਨ ਇੰਕਰੀਜ਼ ਹੋ ਰਹੀ ਹੈ, ਠੀਕ ਹੈ, ਪੋਪੂਲੇਸ਼ਨ ਇੰਕਰੀਜ਼ ਹੋ ਰਹੀ ਹੈ, ਸਪੈਸ਼ਲੀ ਜਦ ਡੌਗਸ ਦੇ ਬੱਚੇ ਹੁੰਦੇ ਆ, ਠੀਕ ਹੈ, ਤੇ ਡੌਗਸ ਦੀ ਜਿਹੜੀ ਮਾਂ ਹੈਗੀ ਆ ਉਹ ਹੋਰ ਐਜੀਟੇਟਡ ਜੀ ਹੁੰਦੀ ਹੈ, ਠੀਕ ਹੈ, ਉਹ ਹੋਰ ਪ੍ਰੋਟੈਕਟਿਵ ਹੁੰਦੀ ਹੈ ਆਪਣੇ ਲਿਟਰ ਵਾਸਤੇ, ਆਪਣੇ ਛੋਟੇ ਪਪੀਜ਼ ਵਾਸਤੇ ਉਹ ਹੁੰਦੀ ਹੈ, ਤੇ ਉਸ ਟਾਈਮ ਤੇ ਕੱਟਣ ਦੇ ਚਾਂਸਸ ਹੋਰ ਜ਼ਿਆਦਾ ਹੈਗੇ ਆ, ਤੇ ਪੋਪੂਲੇਸ਼ਨ ਤੇ ਵੱਧ ਹੀ ਰਹੀ ਹੈਗੀ ਹੈ, ਤੇ ਡੌਗ ਬਾਈਟਸ ਵੱਧ ਰਹੀ ਹੈ, ਮਤਲਬ ਪੋਪੂਲੇਸ਼ਨ ਵੀ ਇੰਕਰੀਜ਼ ਹੋ ਰਹੀ ਹੈ। ਤੇ ਪੋਪੂਲੇਸ਼ਨ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਜਿਸ ਨੂੰ ਕਹਿੰਦੇ ਆ ABC, ਐਨੀਮਲ ਬਰਥ ਕੰਟਰੋਲ, ਠੀਕ ਹੈ, ਉਹ ਹੁੰਦਾ ਹੈਗਾ ਸਟੈਰੀਲਾਈਜੇਸ਼ਨ ਦੇ ਥਰੂ। ਡੌਗਸ ਨੂੰ ਫੜਿਆ ਜਾਂਦਾ ਹੈਗਾ, ਸਟੈਰੀਲਾਈਜ਼ ਕਰਦੇ, ਕਦੇ ਮਾਰਕ ਕਰ ਦਿੰਦੇ ਕੰਨ ਕੱਟ ਕੇ ਛੋਟਾ ਜਿਹਾ, ਠੀਕ ਹੈ, ਤੇ ਉਹਨੂੰ ਵਾਪਸ ਰਿਲੀਜ਼ ਕਰ ਦਿੰਦੇ ਹੈਗੇ, ਤੇ ਕਹਿੰਦੇ ਕਿ ਉਹ ਐਡਿਕੁਏਟ ਮੈਜਰਸ ਨਹੀਂ ਲਿੱਤੇ ਜਾ ਰਹੇ ਉਸ ਦੇ ਲਈ, ਠੀਕ ਹੈ, ਕਦੇ ਪ੍ਰਾਈਵੇਟ ਏਜੰਸੀਜ਼ ਨੂੰ ਆਊਟਸੋਰਸ ਕਰ ਦਿੱਤਾ ਜਾਂਦਾ ਹੈਗਾ ਤੇ ਉਹ ਵਧੀਆ ਪਰਫਾਰਮ ਨਹੀਂ ਕਰ ਰਹੇ, ਕਦੇ ਕਰਪਸ਼ਨ ਦੇ ਕੇਸਿਸ ਹੈਗੇ ਆ, ਠੀਕ ਹੈ। ਹੁਣ ਤੁਸੀਂ ਆਹ ਦੇਖੋ, ਚੰਡੀਗੜ੍ਹ ਦਾ ਡੇਟਾ ਹੈਗਾ, ਪੁਰਾਣਾ ਡੇਟਾ ਹੈਗਾ 2016 ਤੋਂ ਲੈ ਕੇ 19 ਤੱਕ ਦਾ, ਪਰ ਇੱਕ ਦੱਸਦਾ ਹੈਗਾ, ਇੱਕ ਕਿੱਸਾ ਦੱਸਦਾ ਹੈਗਾ, ਕਹਿੰਦਾ ਕਿ April 15 ਤੋਂ ਲੈ ਕੇ ਮਾਰਚ 2016 ਤੱਕ 5,500 ਸਟੈਰੀਲਾਈਜੇਸ਼ਨ ਕੀਤੀ ਗਈ ਸੀਗੀ, ਔਰ ਉਹ ਧੀਰੇ ਕਰਕੇ April ਵਿੱਚ 603 ਸਟੈਰੀਲਾਈਜੇਸ਼ਨ ਹੈਗੀ ਹੈ। ਇਨਫੈਕਟ ਕੱਟ ਰਿਡਿਊਸ ਹੀ ਹੋਈ ਹੈਗੀ ਹੈ, ਡੌਗ ਪੋਪੂਲੇਸ਼ਨ ਵੱਧ ਰਹੀ ਹੈਗੀ ਹੈ, ਠੀਕ ਹੈ, ਡੌਗ ਪੋਪੂਲੇਸ਼ਨ ਵੱਧ ਰਹੀ ਹੈਗੀ ਹੈ, ਪਰ ਸਟੈਰੀਲਾਈਜੇਸ਼ਨ ਘੱਟ ਹੋ ਰਹੀ ਹੈ। ਕਿਉਂ? ਕਿਉਂਕਿ ਬੰਦਾ ਨਹੀਂ ਲਗਾ ਪਾ ਰਹੇ, ਠੀਕ ਹੈ, ਸ਼ਾਰਟੇਜ ਹੈਗੀ ਹੈ, ਤੇ ਉਸ ਦੇ ਕਰਕੇ ਨਹੀਂ ਕਰ ਪਾ ਰਹੇ, ਠੀਕ ਹੈ, ਤੇ ਇਹ ਪ੍ਰੋਬਲਮ ਹੈਗੀ ਹੈ। ਕੰਟਰੈਕਟ ਐਂਡ ਹੋ ਗਿਆ, ਨਵਾਂ ਬੰਦਾ ਨਹੀਂ ਮਿਲ ਰਿਹਾ, ਤੇ ਡੌਗ ਪੋਪੂਲੇਸ਼ਨ ਵੱਧ ਰਹੀ ਹੈਗੀ ਹੈ, ਔਰ ਇਹ ਚੰਡੀਗੜ੍ਹ ਦੀ ਗੱਲ ਹੈਗੀ ਹੈ ਜਿੱਥੇ ਗਵਰਨੈਂਸ ਬੈਟਰ ਹੋਣੀ ਚਾਹੀਦੀ ਹੈ। ਐਂਡ ਇਮੈਜਿਨ ਕਰੋ ਬਾਕੀ ਜਿਹੜੇ ਪੰਜਾਬ ਹੈਗਾ ਉੱਥੇ ਕੀ ਹਾਲਤ ਹੋਏਗੀ, ਠੀਕ ਹੈ, ਉੱਥੇ ਮੇਰੇ ਕਹਿੰਦੇ ਡੇਟਾ ਹੀ ਨਹੀਂ ਹੈਗਾ, ਠੀਕ ਹੈ, ਤੇ ਡੇਟਾ ਸਾਨੂੰ ਇਹੀ ਮਿਲਿਆ 2016 ਤੋਂ ਲੈ ਕੇ 19 ਤੱਕ ਦਾ। ਓਕੇ, ਫਿਰ ਸਟੈਰੀਲਾਈਜੇਸ਼ਨ ਬਾਰੇ ਹੈਗਾ, ਠੀਕ ਹੈ, ਪਤਾ ਹੈਗਾ ਕਿ ਵੈਕਸੀਨੇਸ਼ਨ ਦੇਣੀ ਹੈਗੀ ਹੈ, ਬਟ ਲੋਕਲ ਲੈਵਲ ਤੇ ਜਿਹੜੀ ਗਵਰਨਮੈਂਟਸ ਹੈਗੀਆਂ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਨਹੀਂ ਹੈਗੀ ਹੈ, ਠੀਕ ਹੈ, ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ ਹੈ, ਇਸ ਦੇ ਕਰਕੇ ਲੋਕਲ ਲੈਵਲ ਤੇ ਉਹ ਇਨੀਸ਼ੀਏਟਿਵ ਸਕਸੈਸਫੁਲ ਨਹੀਂ ਹੋ ਪਾ ਰਹੇ, ਠੀਕ ਹੈ, ਉਹ ਸਕਸੈਸਫੁਲ ਨਹੀਂ ਹੋ ਪਾ ਰਹੇ। ਐਂਡ ਜਿਹੜੇ ਇਨੀਸ਼ੀਏਟਿਵਸ ਲਿੱਤੇ ਜਾ ਰਹੇ ਹੈਗੇ ਆ ਉਹਦੇ ਵਿੱਚ ਅਕਾਊਂਟੇਬਿਲਿਟੀ ਲਾਣੀ ਬਹੁਤ ਜ਼ਰੂਰੀ ਹੈਗੀ ਹੈ। ਜਿਹਨੂੰ ਕੰਟਰੈਕਟ ਦਿੱਤਾ ਗਿਆ ਹੈਗਾ ਉਸ ਨੂੰ ਪੁੱਛਣਾ ਚਾਹੀਦਾ ਬਈ ਤੂੰ ਕਿੱਦਾਂ ਪਰਫਾਰਮ ਕੀਤਾ, ਦੱਸ ਹਿਸਾਬ ਦੇ, ਠੀਕ ਹੈ, ਤੇ ਅਕਾਊਂਟੇਬਿਲਿਟੀ ਉਹਦਾ ਫੋਲੋ ਅਪ ਲੈਣਾ ਜ਼ਰੂਰੀ ਹੈਗਾ। ਐਂਡ ਲਾਸਟਲੀ ਟ੍ਰੇਨਡ ਪਰਸਨਲ, ਜਿਹੜੇ ਬੰਦੇ ਵੈਟਨਰੀ ਹੋ ਗਏ ਹੈ ਜਾਂ ਜਿਹੜੇ ਡੌਗ ਕੈਚਰਸ ਹੈਗੇ, ਕਹਿੰਦੇ ਉਹਦੀ ਸ਼ਾਰਟੇਜ ਹੈਗੀ ਹੈ, ਠੀਕ ਹੈ, ਤੇ ਉਸ ਨੂੰ ਡੀਲ ਕਰਨਾ ਜ਼ਰੂਰੀ ਹੈਗਾ। ਇਨਫੈਕਟ ਚੰਡੀਗੜ੍ਹ ਮਿਊਨਿਸਪੈਲਿਟੀ ਨੇ ਕੁਝ ਮੈਜਰਸ ਲਿੱਤੇ ਹੈਗੇ ਆ ਕਿ ਜਦੋਂ ਆਊਟਸੋਰਸ ਕਰ ਰਹੇ ਹੈਗੇ ਆ, ਠੀਕ ਹੈ, ਆਊਟਸੋਰਸ ਕਰ ਰਹੇ ਹੈਗੇ ਆ, ਤੇ ਉਸ ਕੇਸ ਵਿੱਚ ਕੁਝ ਫਾਈਨਸ ਪੈਨਲਟੀਜ਼ ਲਗਾ ਰਹੇ ਹੈਗੇ ਰੈਗੂਲੇਟ ਕਰਨ ਲਈ, ਕੁਝ ਇਨੀਸ਼ੀਏਟਿਵਸ ਉਹ ਲੈ ਰਹੇ ਹੈਗੇ ਆ, ਠੀਕ ਹੈ, ਪਰ ਨੈਚੁਰਲੀ ਉਹ ਐਡਿਕੁਏਟ ਹੈ ਨਹੀਂ। ਜੇ ਤੁਸੀਂ ਕੰਟਰੈਕਟ ਹੀ ਨਹੀਂ ਦੇ ਪਾ ਰਹੇ ਤੇ ਤੁਸੀਂ ਇਸ ਮੈਜਰਸ ਦਾ ਕਰੋਗੇ ਕੀ, ਠੀਕ ਹੈ, ਇਸ ਦਾ ਕਰੋਗੇ ਕੀ। ਨੈਕਸਟ ਆਪਾਂ ਹੋਈ ਮੈਜਰਸ ਹੀ ਪੜ੍ਹ ਰਹੇ ਹੈਗੇ, ਤੇ ਨੈਕਸਟ ਪੰਜਾਬ ਐਂਡ ਹਰਿਆਣਾ ਹਾਈ ਕੋਰਟਸ ਨੇ ਪਿੱਛੇ ਜਿਹੜੀ PIL ਪੜ੍ਹੀ ਸੀ ਤੁਸੀਂ, ਉਹਨਾਂ ਨੇ ਇੱਕ ਵਰਡਿਕਟ ਦਿੱਤਾ ਸੀਗਾ ਕਿ ਜੇ ਬਾਈਟ ਹੁੰਦੀ ਹੈਗੀ ਹੈ, ਐਨੀਮਲ ਬਾਈਟ ਹੁੰਦੀ ਹੈ, ਡੌਗ ਬਾਈਟ, ਤੇ ਉਸ ਕੇਸ ਵਿੱਚ ਕੰਪਨਸੇਸ਼ਨ ਦਿੱਤਾ ਜਾਏਗਾ, ਠੀਕ ਹੈ। ਉਸ ਦੇ ਲਈ ਡਾਕਟਰ ਦੱਸੂਗਾ ਕਿ ਵੀ ਡੌਗ ਬਾਈਟ ਹੋਈ ਹੈ ਕੀ ਹੈ, ਡਾਕਟਰ ਦੱਸੂਗਾ, ਪਰ ਉਹ ਡਾਕਟਰ ਦੱਸੂਗਾ ਕਿਸ ਨੂੰ ਦੱਸੂਗਾ, ਕੀ ਕਰੂਗਾ, ਉਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਉਹ ਫਾਰਮੈਲਿਟੀਜ਼ ਕੀ ਹੋਏਗੀ, ਉਹ ਡਿਫਾਈਨਡ ਹੀ ਨਹੀਂ ਹੈਗੀ।
ਤੇ ਉਹ ਡਿਫਾਈਨਡ ਹੀ ਨਹੀਂ ਹੈਗੀ ਹੈ ਤੇ ਕੰਪਨਸੇਸ਼ਨ ਕਿੱਦਾਂ ਮਿਲੇਗਾ? ਠੀਕ ਹੈ, ਤੇ ਕੰਪਨਸੇਸ਼ਨ ਨਹੀਂ ਮਿਲ ਰਹੀ, ਕੋਰਟ ਨੇ ਕਹਿ ਦਿੱਤਾ ਪਰ ਕੰਪਨਸੇਸ਼ਨ ਨਹੀਂ ਮਿਲ ਰਹੀ। ਠੀਕ ਹੈ, ਤੇ ਇਹ ਪ੍ਰੋਬਲਮ ਹੈਗੀ ਹੈ। ਤੇ ਇੱਕ ਨॉन ਸੀਰੀਅਸਨੈਸ ਜੀ ਦਿਖਾਉਂਦੀ ਹੈਗੀ ਹੈ। ਠੀਕ ਹੈ, ਸਪੈਸ਼ਲੀ ਸਰਕਾਰ ਵੱਲੋਂ ਨॉन ਸੀਰੀਅਸਨੈਸ ਜੋ ਵੀ ਰੀਜ਼ਨ ਹੋਏ, ਠੀਕ ਹੈ, ਕਿ ਇਸ ਬਾਰੇ ਹੋਰ ਐਕਸ਼ਨ ਲੈਣ ਦੀ ਲੋੜ ਹੈਗੀ ਹੈ ਪ੍ਰਾਇਰਟੀ ਬੇਸਿਸ ਤੇ। ਤੇ ਘੱਟੋ ਘੱਟ ਅੱਜ ਦੇ ਟਾਈਮ ਵਿੱਚ ਨੈਚੁਰਲੀ ਜਿਹੜੀਆਂ ਗੱਲਾਂ ਆਪਾਂ ਡਿਸਕਸ ਕੀਤੀਆਂ ਹੈਗੀਆਂ ਉਹ ਤੇ ਕਰੈਕਟਿਵ ਮੈਜਰਸ ਹੈਗੇ ਹੀ ਹੈਗੇ। ਠੀਕ ਹੈ, ਕਿ ਕੀ ਸਮਾਧਾਨ ਹੈਗਾ? ਜਿਹੜੇ ਹੁਣ ਤੱਕ ਆਪਾਂ ਗੱਲ ਕੀਤੀ ਹੈਗੀ ਹੈ ਉਸ ਨੂੰ ਐਡਰੈਸ ਕਰ ਦਾਂਗੇ ਤੇ ਆਪੇ ਹੀ ਸਮਾਧਾਨ ਹੈਗਾ। ਪਰ ਇਸ ਤੋਂ ਇਲਾਵਾ ਕੀ ਕੀਤਾ ਜਾਵੇ? ਤੇ ਇਸ ਤੋਂ ਪਹਿਲਾਂ ਤੇ ਐਸਓਪੀਸ ਕਰੋ। ਠੀਕ ਹੈ, ਫਿਰ ਜਿਹੜਿਆਂ ਨੂੰ ਇੰਜਰੀ ਹੋਈ ਹੈਗੀ ਹੈ ਉਹਦੀ ਇੱਕ ਇਨਵੈਂਟਰੀ ਬਣਾਓ। ਠੀਕ ਹੈ, ਡਿਜੀਟਲਾਈਜ਼ ਕਰੋ, ਰਿਕਾਰਡ ਬਣਾਓ ਉਸ ਚੀਜ਼ ਦਾ। ਠੀਕ ਹੈ, ਉਹ ਪੇਸ਼ੈਂਟ ਨੂੰ ਫੋਲੋ ਅਪ ਲਓ, ਬਈ ਤੁਹਾਡਾ ਕੀ ਸਟੇਟਸ ਹੈਗਾ, ਵੈਕਸੀਨੇਸ਼ਨ ਲੱਗੀ ਨਹੀਂ ਲੱਗੀ, ਉਹਨੂੰ ਫੋਲੋ ਅਪ ਕਰੋ, ਉਹਦਾ ਕੀ ਆਊਟਕਮ ਹੈ, ਹੁਣ ਕੀ ਸਟੇਜ ਚੱਲ ਰਿਹਾ ਹੈਗਾ ਉਹਦਾ। ਫਿਰ ਇੱਕ ਗ੍ਰੇਵੈਂਸ ਨੰਬਰ ਹੋਣਾ ਚਾਹੀਦਾ, ਇੱਕ ਹੈਲਪਲਾਈਨ ਨੰਬਰ ਹੋਣਾ ਚਾਹੀਦਾ ਹੈਗਾ ਜਿੱਥੇ ਕਿਸੇ ਨੂੰ ਕੋਈ ਇਸ਼ੂ ਹੈਗਾ ਉਹ ਰੀਚ ਆਊਟ ਕਰ ਸਕੇ। ਠੀਕ ਹੈ, ਕਿ ਰੇਬੀਜ਼ ਦਾ ਇਸ਼ੂ ਹੈਗਾ, ਡੌਗ ਬਾਈਟ ਹੋਈ ਹੈਗੀ ਹੈ ਤਾਂ ਉੱਥੇ ਰੀਚ ਆਊਟ ਕਰ ਸਕੇ ਤੇ ਹੈਲਥ ਕੇਅਰ ਪ੍ਰੋਫੈਸ਼ਨਲ ਤੱਕ ਜਾ ਸਕੇ, ਕੋਈ ਗਾਈਡੈਂਸ ਮਿਲ ਸਕੇ। ਠੀਕ ਹੈ, ਤੇ ਲਾਸਟ ਆਫ ਕੋਰਸ ਇਸ ਦੇ ਬਾਰੇ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਠੀਕ ਹੈ, ਤੇ ਕੰਪਨਸੇਸ਼ਨ ਹੋਏ ਜਾਂ ਡੌਗ ਬਾਈਟ ਦਾ ਮਸਲਾ ਹੈਗਾ ਉਸ ਦੇ ਬਾਰੇ ਇੱਕ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਸਰਕਾਰ ਵੱਲੋਂ। ਠੀਕ ਹੈ, ਤੇ ਇਹ ਕੁਝ ਸਟੈਪਸ ਹੈਗੇ ਆ ਜਿਹਨਾਂ ਨੂੰ ਲੈਣ ਦੀ ਲੋੜ ਹੈਗੀ ਆ। ਤੇ ਬਸ ਇੰਨੀ ਜੀ ਗੱਲ ਸੀਗੀ ਜਿਹੜਾ ਆਪਾਂ ਅੱਜ ਡਿਸਕਸ ਕੀਤਾ ਹੈਗਾ। ਠੀਕ ਹੈ, ਤੇ ਸਾਰਿਆਂ ਨੂੰ ਆਹੀ ਸਲਾਹ ਹੈਗੀ ਹੈ ਕਿ ਆਪਣਾ ਧਿਆਨ ਰੱਖਿਓ ਤੇ ਇਸ ਦੇ ਬਾਰੇ ਜੇ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਕਰ ਲਿਓ। ਠੀਕ ਹੈ, ਬਿਕੋਜ਼ ਇਹ ਇੰਪੋਰਟੈਂਟ ਮਸਲਾ ਹੈਗਾ। ਠੀਕ ਹੈ, ਤੇ ਬਸ ਇੰਨੀ ਜੀ ਗੱਲ ਸੀਗੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।